ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਨ ਸੰਗ ਸਾਧੂਆ, ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਸੱਚੈ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤੈਨ ਕੁਰਬਾਨ। ਮਾਂਗ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਮਾਂਗ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗਰੀਬ ਨਵਾਜ ਜੁਗੋ ਜੁਗੇ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ 12 ਮਹਾਮਾਝ ਰਾਗ ਦੀ ਲੜੀਵਾਰ ਵਿਚਾਰ ਨਾਲ ਆਪਾਂ ਜੁੜ ਰਹੇ ਹਾਂ। ਮਾਘ ਮਹੀਨੇ ਦੇ ਪ੍ਰਥਾਏ 12ਵੇਂ ਬੰਦ ਅੰਦਰ ਜੋ ਸਾਹਿਬ ਦਾ ਉਪਦੇਸ਼ ਹੈ, ਆਪ ਜੀਆਂ ਨੇ ਉਸ ਰੱਬੀ ਬਾਣੀ ਨੂੰ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਤੇ ਵਿਦਵਾਨ ਮਾਘ ਦਾ ਅਰਥ ਵੱਡਾ ਵੀ ਕਰਦੇ ਨੇ। ਤੇ ਵੈਸੇ ਇਸ ਘੱਗੇ ਦੀ ਸਿਹਾਰੀ ਕਹਿੰਦੀ ਮਾਘ ਵਿੱਚ, ਇਸ ਮਹੀਨੇ ਵਿੱਚ ਸਭ ਤੋਂ ਵੱਡਾ ਇਸ਼ਨਾਨ ਕਿਹੜਾ ਹੈ। ਔਰ ਯਾਦ ਰੱਖਣਾ, ਗੁਰੂ ਗ੍ਰੰਥ ਸਾਹਿਬ ਅੰਦਰ ਦੋ ਸ਼ਬਦ ਆਉਂਦੇ ਨੇ। ਇੱਕ ਸ਼ਬਦ ਆਉਂਦਾ ਇਸ਼ਨਾਨ, ਨਹਾਉਣਾ। ਉਹਨੇ ਨਹਾਉਣਾ ਦੋ ਤਰ੍ਹਾਂ ਦਾ ਹੈ। ਇੱਕ ਨੂੰ ਨਹਾਉਣਾ ਕਹਿ ਲਓ, ਹੁਣ ਸ਼ਬਦ ਵਰਤਨੇ ਆਪਣੀ ਮਜਬੂਰੀ ਨੇ, ਇਸ਼ਨਾਨ ਕਹਿ ਲਓ। ਪਰ ਮੱਜਣ ਦਾ ਜਿਹੜਾ ਅਰਥ ਹੈ ਨਾ, ਇਹ ਪੂਰਨ ਰੂਪ ਵਿੱਚ ਇਸ਼ਨਾਨ ਨਹੀਂ ਹੁੰਦਾ। ਇਹ ਇਸ਼ਨਾਨ ਨਾਲੋਂ ਵੀ ਇਹਦੇ ਅਰਥ ਹਟ ਕੇ ਨੇ। ਜਾਂ ਇੱਦਾਂ ਕਹਿ ਲਓ, ਇਸ਼ਨਾਨ ਆਪਾਂ ਉਹਨੂੰ ਕਹਿੰਦੇ ਹਾਂ ਜਿਹੜਾ ਮਨੁੱਖ ਆਪਣਾ ਸਰੀਰ ਧੋ ਲੈ, ਸਰੀਰ ਡਬੋ ਲੈ ਅਤੇ ਸਿਰ ਨਾ ਡਬੋਏ। ਮੱਜਣ ਸ਼ਬਦ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰੀ ਮੇਂਢਕ ਨਾਲ, ਡੱਡੂ ਨਾਲ, ਦਾਦਰ ਨਾਲ ਪੜ੍ਹੋਗੇ। ਜਦੋਂ ਆਪਾਂ ਪੜ੍ਹਨੇ ਆ ਕਿ ਜਲ ਕੈ ਮੱਜਣ ਜੇਗਾ ਧੋਵੈ, ਨਿਤ ਨਿਤ ਮੇਂਢਕ ਨਹਾਵੈ। ਜੈਸੇ ਮੇਂਢਕ ਤੈਸੇ ਹੋਏ, ਨਰ ਫਿਰ ਜੋ ਨਹੀਂ ਆਵੈ। ਮੱਜਣ ਸੌਖਾ ਕਰ ਦਈਏ ਅਤੇ ਇਸ ਗੱਲ ਨੂੰ ਥੋੜ੍ਹਾ ਛੋਟਾ ਕਰ ਲਈਏ। ਮੱਜਣ ਦਾ ਅਰਥ ਹੁੰਦਾ ਸਾਧ ਸੰਗਤ ਜੀ ਡੁੱਬ ਕੇ ਨਹਾਉਣਾ, ਆਪਣੇ ਆਪ ਨੂੰ ਡੁਬੋ ਲੈਣਾ ਵਿੱਚ। ਡੱਡੂ ਦਾ ਜਿਹੜਾ ਇਸ਼ਨਾਨ ਹੈ ਉਹਨੂੰ ਮੱਜਣ ਕਹਿੰਦੇ ਨੇ। ਅਤੇ ਜਦੋਂ ਆਪ ਧਾਰਮਿਕ ਸਥਾਨਾਂ ਦੇ, ਸਰੋਵਰਾਂ ਦੇ, ਨਦੀਆਂ ਦੇ ਇਸ਼ਨਾਨ ਵੇਖੋਗੇ, ਉਹ ਵੀ ਮੱਜਣ ਨੇ ਪੂਰਨ ਰੂਪ ਵਿੱਚ। ਵੇਖੋ, ਅੱਜ ਇਸ ਗੱਲ ਤੋਂ ਮੈਂ ਮੁਆਫੀ ਚਾਹੁੰਦਾ। ਇਸ਼ਨਾਨ ਹੈ ਜਿਹੜਾ, ਉਹ ਮੱਜਣ ਨਾਲ ਤਾਂ ਜੋੜਿਆ, ਤੂੰ ਕੰਪਲੀਟ ਰੂਪ ਵਿੱਚ ਆਪਣੇ ਆਪ ਨੂੰ ਡੁੱਬ ਕੇ ਇਸ਼ਨਾਨ ਕਰ। ਉਹਦੇ ਅਰਥ ਕੀ ਸਨ ਮੱਜਣ ਦੇ? ਜਦੋਂ ਤੁਸੀਂ ਚੁੱਭੀ ਲਾ ਲਓਗੇ, ਜਿਹਨੂੰ ਆਪਾਂ ਪੰਜਾਬੀ ਚੁੱਭੀ ਲਾਉਣਾ ਕਹਿੰਦੇ ਹਾਂ, ਉਦੋਂ ਇੱਕ ਵਾਰੀ ਤੁਸੀਂ ਬਾਹਰੋਂ ਟੁੱਟ ਜਾਓਗੇ। ਜਿਹੜਾ ਬੰਦਾ ਪਾਣੀ ਵਿੱਚ ਚੁੱਭੀ ਲਾਉਂਦਾ ਹੈ, ਬਿਲਕੁਲ ਆਪਣੇ ਆਪ ਨੂੰ ਸਿਰ ਦੇ ਸਮੇਤ, ਸੀਸ ਦੇ ਸਮੇਤ ਪਾਣੀ 'ਚ ਡੁਬੋ ਲੈਂਦਾ ਹੈ, ਉਦੋਂ ਇੱਕ ਵਾਰੀ ਉਹ ਬਾਹਰ ਦੀ ਦੁਨੀਆ ਨਾਲੋਂ ਟੁੱਟ ਜਾਂਦਾ ਹੈ। ਸਤਿਗੁਰੂ ਕਹਿੰਦੇ ਜਿਵੇਂ ਬਾਹਰ ਮੇਂਢਕ ਇਸ਼ਨਾਨ ਕਰਦਾ, ਪਾਣੀ 'ਚ ਡੁੱਬ ਜਾਂਦਾ, ਕੋਈ ਧਾਰਮਿਕ ਸਥਾਨਾਂ 'ਤੇ ਇਸ਼ਨਾਨ ਕਰਦਾ, ਪਾਣੀ ਚੁੱਭੀ ਲਾਉਂਦਾ, ਚੁੱਭਾ ਲਾਉਂਦਾ,
ਉਹ ਇੱਕ ਵਾਰੀ ਬਾਹਰ ਦੀ ਦੁਨੀਆ ਨਾਲੋਂ ਬਿਲਕੁਲ ਟੁੱਟਿਆ ਹੁੰਦਾ। ਇੱਦਾਂ ਹੀ ਜੇ ਤੂੰ ਮਨ ਕਰਕੇ ਸੰਸਾਰ ਨਾਲੋਂ ਤਿਆਗ ਚਾਹੁੰਦਾ, ਮਨ ਦੀ ਪਕੜ ਘੱਟ ਹੋ ਜਾਏ, ਮਨ ਅਟੈਚਮੈਂਟ ਛੱਡ ਜਾਏ, ਮਨ ਦੀ ਡੀ ਅਟੈਚਮੈਂਟ ਬੈਰਾਗ ਹੋ ਜਾਏ ਮਨ ਦਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰਮੁਖਾਂ ਦੀ ਸੰਗਤ ਕਰ। ਸੰਗ ਦੇ ਗੱਗੇ ਦੀ ਸਿਹਾਰੀ ਕਹਿੰਦੀ ਸਾਧੂਆਂ ਦੀ ਸੰਗ ਦੁਆਰਾ। ਤੇ ਅਰਥ ਨਾ ਬਦਲੀਏ ਵੀ ਹੁਣ ਆਪਾਂ ਇਹ ਪੜ੍ਹ ਲਿਆ ਵੀ ਸਾਧੂਆਂ ਸ਼ਬਦ ਆਇਆ ਤੇ ਦਵਾ ਦਵਾ ਅਸੀਂ ਗੁਰੂ ਵੱਲ ਲੈ ਜਾਈਏ ਵੀ ਗੁਰੂ ਸਾਧੂ ਦੀ ਗੱਲ ਹੈ, ਇਹ ਅਰਥਾਂ ਦੇ ਅਨਰਥ ਹੋਣਗੇ। ਕਿਉਂਕਿ ਗੁਰੂਆਂ ਸ਼ਬਦ ਅਸੀਂ ਕਹਿ ਹੀ ਨਹੀਂ ਸਕਦੇ, ਕਿਉਂਕਿ ਗੁਰੂ ਇੱਕੋ ਹੀ ਹੈ। ਇੱਕੋ ਜੋਤ 10 ਸਰੀਰਾਂ 'ਚ ਵਰਤੀ ਹੈ। ਅੱਜ ਉਹ 10 ਸਰੀਰਾਂ 'ਚ ਵਰਤਣ ਵਾਲੀ ਗੁਰੂ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਭਾਏਮਾਨ ਹੈ। ਇਸ ਲਈ ਸਾਧੂਆਂ ਸ਼ਬਦ ਹੋ ਗਿਆ ਬਹੁ ਵਚਨ ਗੁਰਮੁਖਾਂ ਦੀ ਸੰਗਤ ਦੁਆਰਾ, ਜਾਂ ਗੁਰਮਤੀ ਹੈ ਸਾਧੂ ਦੀ ਸੰਗਤ ਦੁਆਰਾ। ਕੀ ਕਰ ਇਹ ਇਸ਼ਨਾਨ ਕਰ, ਇਹ ਇਸ਼ਨਾਨ ਵੱਡਾ ਹੈ, ਮਾਘ ਦੇ ਮਹੀਨੇ ਦਾ ਇਸ਼ਨਾਨ। ਕਿਉਂਕਿ ਤੁਸੀਂ ਜਾਣਦੇ ਹੋ ਜਦੋਂ ਸ਼ਾਸਤਰਾਂ ਨੂੰ ਵੇਖੋਗੇ ਨਾ, ਜੇ ਸਨਾਤਨੀ ਮਤ ਸਾਡਾ ਗੁਆਂਢੀ ਧਰਮ ਕਹਿੰਦਾ ਹੈ ਮਾਘ ਦਾ ਜਿਹੜਾ ਇਸ਼ਨਾਨ ਹੈ ਇਹ ਪੂਰਨ ਤੌਰ 'ਤੇ ਪ੍ਰਯਾਗਰਾਜ ਦਾ, ਜਿਹਨੂੰ ਇਲਾਹਾਬਾਦ ਵੀ ਕਿਹਾ ਗਿਆ, ਫਿਰ ਨਾਮ ਪ੍ਰਯਾਗਰਾਜ ਰੱਖਤਾ ਮੌਜੂਦਾ ਸਮੇਂ ਦੀ ਸਰਕਾਰ ਨੇ, ਇੱਥੋਂ ਦਾ ਮਹਾਨ ਸੀ ਤੇ ਹੈ, ਉਹ ਮੰਨਦੇ ਨੇ। ਸ਼ਾਸਤਰ ਕਹਿੰਦੇ ਨੇ ਪ੍ਰਯਾਗ ਦਾ ਜਿਹੜਾ ਇਸ਼ਨਾਨ ਮਾਘ ਵਿੱਚ ਕਰ ਲਏਗਾ, ਇਸ ਮਹੀਨੇ 'ਚ ਕਰ ਲਏਗਾ, ਉਹਦਾ ਪਾਰ ਉਤਾਰਾ ਹੋ ਸਕਦਾ, ਉਹ ਸ਼ੁੱਧ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਤੋਂ ਵੀ ਵੱਡਾ ਇਸ਼ਨਾਨ ਹੈ ਮਾਘ ਮੱਜਨ ਸੰਗ ਸਾਧੂਆਂ। ਇਸ ਮਹੀਨੇ ਵਿੱਚ ਡੁੱਬ ਕੇ ਇਸ਼ਨਾਨ ਕਰ, ਭਾਵ ਮਨ ਕਰਕੇ ਚੁੱਭਾ ਲਾ ਗੁਰਮੁਖਾਂ ਦੀ ਸੰਗਤ ਵਿੱਚ। ਤੇ ਮਨ ਕਰਕੇ ਚੁੱਭਾ ਕਿਵੇਂ ਲੱਗੇਗਾ? ਧੂੜੀ ਕਰ ਇਸ਼ਨਾਨ, ਨਿਮਰਤਾ ਭਾਵ ਵਿੱਚ ਆ ਕੇ ਉਹਨਾਂ ਦੀ ਸੰਗਤ ਵਿੱਚ ਬੈਠ ਤੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਡੁਬੋ ਲੈ। ਤੇ ਦੂਜੇ ਸ਼ਬਦ ਧੂੜੀ ਦੇ ਸਪਸ਼ਟ ਵੀ ਕਰਾਂਗੇ। ਭਾਈ ਗੁਰਦਾਸ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਜੇ ਕਦੇ ਗੁਰਮੁਖਾਂ ਦੀ ਧੂੜੀ ਮਿਲ ਜਾਏ ਨਾ, ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਇਦੋਂ ਵੱਡੀ ਦਾਤ ਕੋਈ ਨਹੀਂ। ਉਹ ਤਾਂ ਇੱਥੋਂ ਤੱਕ ਲਿਖਦੇ ਨੇ ਭਾਈ ਸਾਹਿਬ ਜੀ, ਕਹਿੰਦੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਬਹੁਤ ਵੱਡਾ ਇਸ਼ਨਾਨ ਹੈ। ਕਦੇ ਸਤ ਸੰਗਤ ਵਾਲੀ ਥਾਂ 'ਤੇ ਚਲਾ ਜਾਏ ਤੇ ਜਿੱਥੇ ਸੇਵਾ ਕਰ ਲਏ, ਚਰਨਾਂ ਦੀ ਧੂੜ ਵੀ ਪੈ ਜਾਏ, ਕਿਉਂਕਿ ਮਿੱਟੀ ਆਪਣੇ ਆਪ ਵਿੱਚ ਇੱਕ ਐਨਰਜੀ ਰੱਖਦੀ ਹੈ ਤੇ ਕਿਸੇ ਵੀ ਸ਼ਕਤੀ ਨੂੰ ਆਪਣੇ ਆਪ ਵਿੱਚ ਸਮੋ ਕੇ ਬੈਠੀ ਹੈ। ਇਸ ਲਈ ਨਿਮਰਤਾ ਭਾਵ ਦੇ ਅਰਥ ਵੀ ਨੇ ਤੇ ਸਾਧ ਸੰਗਤ ਜੀ ਦਾਨ ਮਹਿੰਡਾ ਤਲੀ ਖਾਕ ਵਾਲੀ ਗੱਲ ਵੀ ਹੈ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ, ਸੰਤਨ ਕੀ ਧੂਰੇ ਮਾਘ ਮੱਜਨ ਸੰਗ ਸਾਧੂਆਂ। ਧੂੜੀ ਕਰ ਇਸ਼ਨਾਨ, ਇਸ ਲਈ ਗੁਰਮੁਖਾਂ ਨੂੰ ਦੋਵੇਂ ਗੱਲਾਂ ਜ਼ਰੂਰੀ ਨੇ ਫਿਰ ਸਮਝਣਾ। ਨਿਮਰਤਾ ਜ਼ਰੂਰੀ ਹੈ। ਤੇ ਹੁਣ ਧੂੜ ਹੱਥਾਂ ਦੀ ਮਿੱਟੀ ਨੂੰ ਨਹੀਂ ਕਹਿੰਦੇ, ਧੂੜ ਸਿਰ 'ਤੇ ਲੱਗੀ ਮਿੱਟੀ ਨੂੰ ਨਹੀਂ ਕਹਿੰਦੇ, ਧੂੜ ਮੋਢਿਆਂ 'ਤੇ ਚੱਕੀ ਮਿੱਟੀ ਨੂੰ ਨਹੀਂ ਕਹਿੰਦੇ। ਧੂੜ ਕਹਿੰਦੇ ਰੱਜ ਕਹਿੰਦੇ ਉਹਨੂੰ ਨੇ ਜਿਹੜੀ ਪੈਰਾਂ ਦੇ ਥੱਲੇ ਹੋਵੇ। ਤੇ ਹੁਣ ਪੈਰਾਂ ਦੇ ਥੱਲੇ ਭਾਈ ਗੁਰਦਾਸ ਸਾਹਿਬ ਨੂੰ ਕਦੇ ਪੜ੍ਹ ਲਿਓ, ਸਮਾਂ ਨਹੀਂ ਵਿਸਤਾਰ ਦਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਸਭ ਤੋਂ ਨੀਵੀਂ ਧਰਤ ਹੈ, ਸਾਰਿਆਂ ਤੋਂ ਨੀਵੀਂ ਧਰਤੀ ਹੈ, ਇਹਦੋਂ ਥੱਲੇ ਨਹੀਂ ਕੋਈ। ਪਰ ਨਾਲ ਫੈਸਲਾ ਦੇਤਾ, ਕਹਿਣ ਲੱਗੇ ਧਰਤੀ 'ਤੇ ਚਰਨ ਤੁਰਦੇ ਆ, ਪੈਰ ਤੁਰਦੇ ਆ, ਤੇ ਕਦੇ ਦੁਨੀਆ 'ਚ ਕੋਈ ਵੱਡਾ ਬੰਦਾ ਮਿਲੇਗਾ ਤੁਸੀਂ ਉਹਨੂੰ ਇਹ ਨਹੀਂ ਕਹੋਗੇ ਮੈਂ ਤੇਰੇ ਸਿਰ ਲੱਗਦਾ, ਮੈਂ ਤੇਰੇ ਗਲ ਪੈਣਾ, ਨਹੀਂ ਅਸੀਂ ਸ਼ਬਦ ਕਹਿੰਦੇ ਮੈਂ ਤੇਰੇ ਪੈਰੀਂ ਪੈਣਾ। ਕਿਉਂ ਪੈਰਾਂ ਨੂੰ ਇੰਨੀ ਮਹਾਨਤਾ ਦਿੱਤੀ? ਹਾਲਾਂਕਿ ਪੈਰ ਸਭ ਤੋਂ ਨੀਵੇਂ ਨੇ। ਕਿ ਇਹ ਵੀ ਗੱਲ ਪੱਕੀ ਹੈ ਵੀ ਸਭ ਤੋਂ ਜ਼ਿਆਦਾ ਜਿਹੜੀ, ਬੜੇ ਧਿਆਨ ਨਾਲ ਸੁਣਨਾ, ਸਭ ਤੋਂ ਜ਼ਿਆਦਾ ਸਰੀਰ ਦਾ ਜਿਹੜਾ ਡਾਇਜੈਸਟ ਹੈ ਜਾਂ ਸਰੀਰ ਦੀ ਜਿਹੜੀ ਨਿਕਾਸ ਹੈ, ਐਗਜ਼ਿਟ ਹੈ ਪੂਰੀ ਗੰਦਗੀ ਦਾ, ਉਹ ਸਾਡੀਆਂ ਪੈਰਾਂ ਦੀਆਂ ਤਲੀਆਂ ਨੇ। ਇਹਦਾ ਮਤਲਬ ਹੋਇਆ ਕਿ ਸਭ ਤੋਂ ਜ਼ਿਆਦਾ ਜਿਹੜੀ ਨਿਕਾਸੀ ਹੈ ਰੋਮਾਂ ਦੀ, ਜਾਂ ਸਭ ਤੋਂ ਜ਼ਿਆਦਾ ਜਿਹੜੇ ਬਰੀਕ ਰੋਮ ਨੇ, ਉਹ ਸਾਧ ਸੰਗਤ ਜੀ ਪੈਰਾਂ ਦੀਆਂ ਤਲੀਆਂ ਥੱਲੇ। ਅਸੀਂ ਸਰੀਰ 'ਤੇ ਕੱਪੜਾ ਪਾਉਣੇ ਮੁਸ਼ਕ ਦਾ ਨਹੀਂ, ਪੈਰਾਂ 'ਚ ਜੁਰਾਬਾਂ ਪਾਉਣੇ ਤੇ ਦੂਜੀ ਵਾਰ ਪੈਂਦੀਆਂ ਨਹੀਂ, ਕਾਰਨ ਇਹਦੇ ਪਿੱਛੇ ਹੀ ਨੇ। ਇਸ ਲਈ ਜਿਹੜੀ ਬੇਨਤੀ ਕਰ ਲੱਗਾ ਵੀ ਜੇ ਉੱਥੋਂ ਦੀ ਗੰਦਗੀ ਨਿਕਲਦੀ ਨਾ, ਬੜੀ ਗੱਲ ਸਮਝਣ ਵਾਲੀ, ਧੂੜੀ ਕਰ ਇਸ਼ਨਾਨ, ਜੇ ਉਹਨਾਂ ਪੈਰਾਂ ਦੀਆਂ ਤਲੀਆਂ ਦੇ ਰੋਮਾਂ 'ਚੋਂ ਗੰਦਗੀ ਨਿਕਲਦੀ ਹੈ ਨਾ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਹੈ, ਜਿਹੜੇ ਗੁਰਮੁਖੀਏ ਸਾਧੂ ਜਿਹੜੇ ਗੁਰਮੁਖ ਨੇ, ਗੁਰੂ ਨਾਲ ਜੁੜੇ ਹੋਏ, ਇਹ ਪੱਕੀ ਗੱਲ ਸਾਇੰਟੀਫਿਕਲੀ ਕਦੇ ਵੇਖੀ, ਉਹਨਾਂ ਦੀਆਂ ਚਰਨਾਂ ਦੀਆਂ ਤਲੀਆਂ ਵੀ ਇੰਨੀਆਂ ਪਵਿੱਤਰ ਨੇ। ਗੁਰਮੁਖ ਰੋਮ ਰੋਮ ਹਰ ਧਿਆਵੈ,
ਉੱਥੋਂ ਵੀ ਨਾਮ ਦੀ ਵਾਈਬ੍ਰੇਸ਼ਨ, ਨਾਮ ਦਾ ਇੱਕ ਸਾਧ ਸੰਗਤ ਮੈਗਨੇਟ ਫੀਲਡ ਉਹਨਾਂ ਦੇ ਆਲੇ ਦੁਆਲੇ ਬਣਿਆ। ਮੰਨੀਏ ਕਿ ਨਾ ਮੰਨੀਏ, ਉਹਨਾਂ ਦੇ ਚਰਨਾਂ ਵਿੱਚੋਂ ਜਿਹੜੀ ਆਪਾਂ ਕਹੀਏ ਵਾਈਬ੍ਰੇਟ ਹੁੰਦੀ, ਉਹ ਧਰਤੀ ਨੂੰ ਪਵਿੱਤਰ ਕਰਦੀ ਹੈ, ਮਿੱਟੀ ਨੂੰ ਚਾਰਜੇਬਲ ਕਰਦੀ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਸਾਹਿਬ ਨੇ ਅੰਮ੍ਰਿਤ ਬਚਨ ਸਮਝਾਏ, ਧੂੜੀ ਕਰ ਇਸ਼ਨਾਨ ਫਿਰ ਬੇਨਤੀ ਕਰਾਂ। ਚਰਨ ਨੀਵੇਂ ਵੀ ਨੇ ਅਤੇ ਆਪਣੇ ਆਪ 'ਚੋਂ ਕੁਝ ਐਸਾ ਵੀ ਛੱਡਦੇ ਨੇ ਜਿਹੜੇ ਪਵਿੱਤਰ ਕਰਦੇ ਨੇ ਗੁਰਮੁਖਾਂ ਦੇ। ਇਸ ਲਈ ਸਾਹਿਬ ਨੇ ਕਿਹਾ ਉਹ ਪਵਿੱਤਰ ਨੇ, ਚਰਨ ਪੂਜਣ ਯੋਗ ਨੇ, ਧੂੜੀ ਕਰ ਇਸ਼ਨਾਨ ਉਹ ਨੀਵੇਂ ਵੀ ਨੇ। ਇਸ ਲਈ ਸਾਹਿਬ ਕਹਿੰਦੇ ਨਿਮਰਤਾ ਭਾਵ ਵਿੱਚ ਆ ਕੇ ਗੁਰਮੁਖਾਂ ਦੀ ਸੰਗਤ ਕਰਦੇ ਆ, ਆਪਣੇ ਆਪ ਨੂੰ ਮਹਾਨ ਬਣਾ। ਹੁਣ ਗੁਰਮੁਖਾਂ ਕੋਲੇ ਜਾਵਾਂਗੇ, ਹੁਣ ਸਾਰੇ ਮੇਰੇ ਵਰਗੇ ਆਪਣੇ ਆਪ ਨੂੰ ਗੁਰਮੁਖ ਮੰਨਦੇ ਨੇ। ਮੈਂ ਕਹਾਂਗਾ ਮੇਰੇ ਵਰਗਾ ਗੁਰਮੁਖ ਨਹੀਂ, ਤੁਸੀਂ ਕਹੋਗੇ ਸਾਡੇ ਵਰਗਾ ਨਹੀਂ। ਪਰ ਗੁਰੂ ਨੂੰ ਪੁੱਛੀਏ ਗੁਰਮੁਖ ਹੈ ਕੌਣ? ਉਹਦੀ ਨਿਸ਼ਾਨੀ ਦੱਸੀ ਹੈ। ਕਹਿੰਦੇ ਗੁਰਮੁਖ ਕੋਲ ਗੁਰੂ ਦੀ ਗੱਲ ਤੋਂ ਬਿਨਾਂ, ਰੱਬ ਦੇ ਨਾਮ ਤੋਂ ਬਿਨਾਂ ਕੁਝ ਹੁੰਦਾ ਹੀ ਨਹੀਂ। ਅਤੇ ਉਹਦੀ ਨਿਸ਼ਾਨੀ ਇਹ ਹੈ ਸਤ ਸੰਗਤ ਜੀ, ਉਹਦੇ ਕੋਲ ਤੁਹਾਨੂੰ ਰੱਬ ਦਾ ਨਾਮ ਮਿਲੇਗਾ, ਉਹ ਉਚਾਰਨ ਕਰੇਗਾ, ਮਿਲੇਗਾ ਤਾਂ ਭਾਵ ਇਹ ਨਹੀਂ ਮੰਤਰ ਦੇਵੇਗਾ, ਕਿਉਂਕਿ ਸੰਤ ਜਪਾਵੈ ਨਾਮ, ਉਹਦੀ ਡਿਊਟੀ ਉਹ ਜਪਾਉਂਦਾ ਹੈ। ਹਰ ਕਾ ਨਾਮ ਧਿਆਏ ਸੁਣ, ਉਹਦੇ ਕੋਲੋਂ ਤੈਨੂੰ ਨਾਮ ਦੀ ਧਿਆਉਣ ਦੀ ਜਾਚਨਾ ਮਿਲੇਗੀ, ਉਮਾਹ ਪੈਦਾ ਹੋਏਗਾ, ਜਾਚ ਵੀ ਮਿਲੇਗੀ, ਉਤਸ਼ਾਹ ਵੀ ਮਿਲੇਗਾ। ਜਦੋਂ ਫਿਰ ਪਰਮਾਤਮਾ ਦਾ ਨਾਮ ਗੁਰਮੁਖ ਧਿਆਉਂਦਾ, ਉਹ ਤੈਨੂੰ ਵੰਡੇਗਾ ਅਤੇ ਤੂੰ ਅੱਗੇ ਵੰਡ ਸਭਨਾਂ ਨੂੰ ਕਰ ਦਾਨ। ਇਹ ਮਹੀਨਾ ਤਾਦੀ ਪਵਿੱਤਰ ਹੈ, ਇਹ ਇਸ਼ਨਾਨ ਤਾਦੀ ਪਵਿੱਤਰ ਹੈ। ਜਦੋਂ ਮਨ ਡੁੱਬ ਕੇ ਰੱਬੀ ਨਾਮ ਵਿੱਚੋਂ ਗੁਜ਼ਰੇਗਾ ਨਾ, ਇੱਕ ਦੁਨੀਆ 'ਚ ਮਾਰਗ ਹੈ ਜਿਹੜੇ ਕਹਿੰਦੇ ਰੱਬ ਦਾ ਨਾਮ ਕਿਸੇ ਨੂੰ ਦੱਸਣਾ ਹੀ ਨਹੀਂ ਚਾਹੀਦਾ। ਅੱਜ ਮੈਂ ਇਹ ਬੇਨਤੀ ਮਾਫੀ ਮੰਗ ਕੇ ਤੁਹਾਨੂੰ ਕਹਿਣਾ, ਵੇਖੋ ਕਈ ਵਾਰੀ ਇਹ ਵੀ ਭੁਲੇਖਾ ਪਿਆ ਵੀ ਗੁਰਮੁਖਾਂ ਨੂੰ ਜੀ ਅੱਗੇ ਦੱਸਣਾ ਨਹੀਂ ਚਾਹੀਦਾ, ਸਾਡਾ ਮਾਰਗ ਨਹੀਂ ਮਾਫੀ ਦਿਆ ਜੀ। ਠੀਕ ਹੈ, ਕੋਈ ਅਣਅਧਿਕਾਰੀ ਬੰਦਾ ਹੋਵੇ, ਮਿਲਿਆ ਸੰਤ ਮਿਸਟ ਕਰ ਰਹੀ ਹੈ, ਪਰ ਇਹ ਨਹੀਂ ਕਿ ਅਸੀਂ ਦੱਸਣਾ ਹੀ ਨਹੀਂ। ਸਾਨੂੰ ਤਾਂ ਹੁਕਮ ਹੈ, ਅਸੀਂ ਗੁਰੂ ਦੇ ਹੁਕਮ ਤੋਂ ਪਰੇ ਹੋ ਕੇ ਬੰਦਿਆਂ ਦੀਆਂ ਗੱਲਾਂ ਨਹੀਂ ਮੰਨਣੀਆਂ। ਇਸ ਗੱਲ ਦੀ ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲ ਦੁਬਾਰਾ। ਗੁਰੂ ਸਾਹਿਬ ਦਾ ਹੁਕਮ ਹੈ, ਆਪ ਜਪੈ ਅਵਰ ਹੈ ਨਾਮ ਜਪਾਵੈ। ਆਪ ਵੀ ਉਹ ਪ੍ਰਭੂ ਸਿਮਰਨ ਕਰੇ, ਸਭਨਾਂ ਨੂੰ ਕਰ ਦਾਨ, ਅਵਰ ਹੈ ਨਾਮ ਜਪਾਵੈ, ਉਹ ਦੂਜਿਆਂ ਨੂੰ ਵੀ ਜੋੜੇ। ਇਸ ਲਈ ਸਾਹਿਬ ਕਹਿੰਦੇ ਹਰ ਕਾ ਨਾਮ ਧਿਆਏ ਸੁਣ। ਹੁਣ ਦੋ ਗੱਲਾਂ ਨੇ, ਧਿਆਉਣਾ ਹੈ, ਧਿਆਨ ਵਿੱਚ ਲਿਆਉਣਾ, ਸਹਿਜ ਵਿੱਚ ਆ ਜਾਣਾ, ਸੁਣਨਾ। ਉਹਨੂੰ ਜਿਵੇਂ ਜਿਵੇਂ ਅਸੀਂ ਸੁਣਾਂਗੇ ਉਵੇਂ ਉਵੇਂ ਸਾਡੇ ਉਹ ਧਿਆਨ 'ਚ ਆਏਗਾ। ਦੋਵੇਂ ਗੱਲਾਂ ਸਮਝਣ ਵਾਲੀਆਂ। ਰਸਨਾ ਨਾਲ ਬਾਣੀ ਪੜ੍ਹਨੀ, ਰਸਨਾ ਨਾਲ ਪ੍ਰਭੂ ਸਿਮਰਨ ਕਰਨਾ, ਕੰਨਾਂ ਨਾਲ ਸੁਣਨਾ। ਜਿਵੇਂ ਜਿਵੇਂ ਕੰਨਾਂ ਨਾਲ ਸੁਣਾਂਗੇ, ਧਿਆਉਣ ਦਾ ਅਰਥ ਹੈ ਧਿਆਨ ਵਿੱਚ ਆ ਜਾਣਾ, ਮੁੜ ਕੇ ਵਿਸਰਨਾ ਹੀ ਨਾ। ਕੋਈ ਅਸੀਂ ਗੱਲ ਪੜ੍ਹ ਲੈਂਦੇ ਹਾਂ, ਕੋਈ ਅਸੀਂ ਕੰਮ ਸਿੱਖ ਲੈਂਦੇ ਹਾਂ, ਕੁਝ ਵੀ ਸਿੱਖਦਾ ਕੋਈ ਦੁਨੀਆ, ਉਹ ਭੁੱਲਦਾ ਨਹੀਂ ਮੁੜ ਕੇ, ਕਿਉਂਕਿ ਉਹਨੇ ਸੁਣਿਆ ਹੁੰਦਾ ਧਿਆਨ ਨਾਲ। ਜਿਹੜੀ ਗੱਲ ਧਿਆਨ ਵਿੱਚ ਚਲੀ ਗਈ ਉਹ ਜ਼ਿੰਦਗੀ ਦਾ ਹਿੱਸਾ ਹੋ ਜਾਂਦੀ ਹੈ। ਇਸ ਲਈ ਰੱਬ ਦਾ ਨਾਮ ਧਿਆਏਗਾ ਕਿੱਦਾਂ? ਸੁਣ ਕੇ ਤੇਰੇ ਧਿਆਨ ਵਿੱਚ ਆਏਗਾ। ਅਤੇ ਫਿਰ ਕੀ ਕਰ? ਸਭਨਾਂ ਨੂੰ ਕਰ ਦਾਨ। ਫਿਰ ਇਹਨੂੰ ਅੱਗੇ ਵੰਡ, ਆਪਣੇ ਕੋਲ ਰੱਖਣਾ। ਜਿਵੇਂ ਜਿਵੇਂ ਵੰਡੇਗਾ ਰੱਬ ਤੈਨੂੰ ਹੋਰ ਦਾਤ ਦੇਵੇਗਾ ਅਤੇ ਮਿਲੇਗਾ ਕਿ ਜਨਮ ਕਰਮ ਮਲ ਉਤਰ ਹੈ, ਮਨ ਤੇ ਜਾਏ ਗੁਮਾਨ। ਦੋ ਮੈਲਾਂ ਨੇ, ਇੱਕ ਜਨਮ ਦੀ ਮੈਲ ਹੁੰਦੀ, ਇੱਕ ਕਰਮ ਦੀ ਮੈਲ। ਜਨਮ ਦੀ ਮੈਲ ਮੰਨਦਾ ਸਾਡਾ ਗੁਆਂਢੀ ਧਰਮ, ਉਹ ਕਹਿੰਦਾ ਹੈ ਨੀਵੀਂ ਜਾਤ ਵਿੱਚ ਜੰਮਿਆ ਹੋਇਆ, ਉਹਦੀ ਜਾਤ ਨੀਵੀਂ, ਉਹਨੂੰ ਜਨਮ ਦੀ ਮੈਲ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਚੱਲ ਜੇ ਤੂੰ ਜਨਮ ਦੀ ਮੈਲ ਮੰਨਦਾ ਵੀ ਹੈ, ਇਹ ਮੈਲ ਵੀ ਤੇਰੀ ਉਤਰ ਜਾਏਗੀ। ਵੱਡੀ ਮੈਲ ਹੈ ਜਨਮ ਕਰਮ ਮਲ ਉਤਰ ਹੈ। ਵਿਦਵਾਨਾਂ ਨੇ ਅਰਥ ਗੁਰਮੁਖਾਂ ਨੇ ਵੀ ਕੀਤੇ, ਇਸ ਜਨਮ ਵਿੱਚ ਜਾਂ ਕਿਸੇ ਵੀ ਜਨਮ ਵਿੱਚ ਜਿਹੜੇ ਕਰਮ ਕੀਤੇ ਨੇ ਉਹਨਾਂ ਕਰਕੇ ਜਿਹੜੀ ਮੈਲ ਲੱਗੀ ਹੈ। ਪਹਿਲੇ ਅਰਥ ਵੀ ਸਾਰਥਕ ਨੇ, ਇਹ ਦੂਏ ਅਰਥ ਨੇ। ਜਿਹੜੇ ਵੀ ਜਨਮ ਵਿੱਚ, ਇਕੱਲੇ ਇਸੇ ਜਨਮ 'ਚ ਨਹੀਂ, ਕਈ ਜਨਮ ਪਏ ਕੀਟ ਪਤੰਗਾ, ਜਾਂ ਜਿਹੜੇ ਵੀ ਮਨੁੱਖ ਜਨਮ 'ਚ ਰਹਿੰਦੇ, ਕਿਸੇ ਵੀ ਜਨਮ ਵਿੱਚ ਇਹ ਕਰਮ ਕੀਤੇ ਨੇ, ਇਹਨਾਂ ਦੀ ਮੈਲ ਉਤਰ ਜਾਏਗੀ। ਕਰਮ ਦੀ ਜਿਹੜੀ ਮੈਲ ਹੈ ਇਹ ਉਤਰ ਜਾਏ, ਜੀਵਨ ਸੋਹਣਾ ਹੋ ਜਾਂਦਾ ਹੈ। ਜੇ ਕਰਮ ਮੈਲੇ ਕਦੋਂ ਹੁੰਦੇ ਆ? ਜਦੋਂ ਅੰਦਰ ਸੰਸਕਾਰ ਮਾੜੇ ਹੋਣ। ਸੰਸਕਾਰ ਧੋਤੇ ਜਾਂਦੇ ਆ। ਜਨਮ ਕਰਮ ਮਲ ਉਤਰ ਹੈ, ਮਨ ਤੇ ਜਾਏ ਗੁਮਾਨ। ਸਭ ਤੋਂ ਵੱਡੀ ਦਾਤ ਤੈਨੂੰ ਗੁਰੂ ਦੇਗਾ, ਤੇਰੇ ਮਨ ਤੋਂ ਹਉਮੈ ਦੀ ਮੈਲ ਚਲੀ ਜਾਏਗੀ, ਗੁਮਾਨ ਹੰਕਾਰ ਚਲਿਆ ਜਾਏਗਾ। ਇਹਦੇ ਨਾਲ ਜਦੋਂ ਹੰਕਾਰ ਮਰ ਗਿਆ ਨਾ, ਬਾਬਾ ਕਬੀਰ ਸਾਹਿਬ ਨੂੰ ਪੁੱਛਿਓ, ਫਿਰ ਸਾਰੇ ਮਰ ਜਾਂਦੇ ਆ। ਏਕ ਮਰੰਤ ਹੈ ਦੋਏ ਮੂਏ, ਦੋਏ ਮਰੰਤ ਹੈ ਚਾਰ।
ਤੇ ਫਿਰ ਕੀ ਹੋਇਆ ਜੀ, ਚਾਰ ਮਰੰਤ ਹੈ ਛੇ ਮੂਏ ਚਾਰ ਪੁਰਖ ਦੋਏ ਨਾਰ। ਅਹੰਕਾਰ ਮਰ ਜਾਏ ਤੇ ਸਮਝ ਲਓ ਹੱਥ ਹੀ ਖਤਮ ਹੋ ਗਿਆ। ਬਿਰਤੀ ਕੀੜੀ ਹੋ ਗਈ, ਬਰੀਕ ਵੀ ਹੋ ਗਈ ਤੇ ਸੂਖਮ ਵੀ ਹੋ ਗਈ, ਨਿਮਰਤਾ ਵਾਲੀ ਵੀ ਹੋ ਗਈ। ਤੇ ਜੇ ਹਾਥੀ ਵਾਲੀ ਬਿਰਤੀ ਹੋਵੇ, ਫਿਰ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ। ਕੀਟੀ ਹੋਏ ਕਹਿ ਖਾਏ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਮਨ ਤੋਂ ਹੰਕਾਰ ਖਤਮ ਹੋ ਜਾਏਗਾ। ਔਰ ਇਹ ਗੱਲ ਚੇਤੇ ਰੱਖਿਓ, ਜਿੰਨੀ ਦੇਰ ਤੱਕ ਅਹੰਕਾਰ ਹੈ ਉਤਨੀ ਦੇਰ ਤੱਕ ਪ੍ਰਭੂ ਦਾ ਪਿਆਰ ਨਹੀਂ ਪੈਦਾ ਹੋ ਸਕਦਾ। ਸੰਸਾਰ ਦੇ ਵਿਦਵਾਨਾਂ ਨੇ ਗੱਲ ਮੰਨੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਨੇ ਇਹਦੀ ਮੋਹਰ ਲਾਈ ਹੈ ਪੱਕੇ ਤੌਰ 'ਤੇ, ਹਰ ਜੂ ਅਹੰਕਾਰ ਨਾ ਭਾਵ ਇਹ ਵੇਦ ਕੂਕ ਸੁਣਾਵੇ। ਉਹਨੂੰ ਗੁਮਾਨ ਅਹੰਕਾਰ ਚੰਗਾ ਹੀ ਨਹੀਂ ਲੱਗਦਾ। ਅੱਜ ਸੰਸਾਰ 'ਚ ਵੇਖੋਗੇ ਬੰਦਾ ਕਹਿੰਦਾ ਕੌਨਫੀਡੈਂਸ ਨਾਲ ਜਿਉ। ਅਹੰਕਾਰ ਹੈ ਜਿਹੜਾ ਉਹ ਕਿਸੇ ਰੂਪ 'ਚ ਹੋਵੇ, ਗੁਰੂ ਤੇ ਪ੍ਰਭੂ ਨੂੰ ਪਾਉਂਦਾ ਨਹੀਂ। ਵਿਦਿਆ ਹੈ, ਧਨਵਾਨ ਹੋ, ਬਲਵਾਨ ਹੋ, ਜੋ ਕੁਝ ਰੱਬ ਨੇ ਦਿੱਤਾ ਹੈ ਉਹਦਾ ਕੇਵਲ ਸ਼ੁਕਰ ਕੀਤਾ ਜਾਏ। ਦਾਤਾਂ ਲਈ ਦਾਤੇ ਨੂੰ ਚੇਤੇ ਕੀਤਾ ਜਾਏ, ਉਹਦਾ ਗੁਮਾਨ ਨਾ ਕੀਤਾ ਜਾਏ। ਇਸ ਲਈ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਦੋਂ ਪ੍ਰਭੂ ਦਾ ਨਾਮ ਜਪੇਗਾ ਮਨ ਉਹਦੇ 'ਚ ਡੁੱਬ ਜਾਏਗਾ। ਜਨਮ ਕਰਮ ਮਲ ਉਤਰੈ, ਇਹ ਮੈਲ ਚਲੀ ਜਾਏਗੀ। ਫਿਰ ਕੀ ਹੋਏਗਾ, ਮਨ ਤੇ ਜਾਏ ਗੁਮਾਨ। ਅੱਗੇ ਕੀ ਮਿਲੇਗਾ ਜੀ, ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੈ ਲੋਭ ਸੁਆਨ। ਪਹਿਲਾਂ ਹੰਕਾਰ ਗਿਆ, ਫਿਰ ਕਾਮ ਕ੍ਰੋਧ ਮੋਹ, ਲੋਭ ਰੂਪੀ ਕੁੱਤਾ ਵੀ ਬਿਨਸ ਗਿਆ। ਵੱਖਰੀ ਅਰਥ ਹੋ ਗਿਆ, ਕਾਮ ਕ੍ਰੋਧ ਇਹ ਵੀ ਚਲਾ ਗਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਦੋਵਾਂ ਦਾ ਜ਼ਿਕਰ ਕੀਤਾ ਹੈ, ਕਾਮੰਗ ਨਰਕੰਗ ਵਿਸਰਾਮੰਗ ਬਹੁ ਜੋਨੀ ਭਰਮਾਵਨ ਹੈ। ਤੇ ਕਿਤੇ ਕਿਹਾ ਹੈ, ਕਲ ਮੂਲ ਕ੍ਰੋਧੰ ਕਰੁਣਾ ਨਾ ਉਪਰਜਤੇ। ਜੇ ਕ੍ਰੋਧ ਹੋਇਆ ਤੇ ਸਾਧ ਸੰਗਤ ਜੀ ਕਦੇ ਵੀ ਦਇਆ ਨਹੀਂ ਆਉਂਦੀ। ਔਰ ਇੱਕ ਨੁਕਤਾ ਤੁਹਾਡੇ ਸਾਹਮਣੇ ਰੱਖਾਂ, ਕ੍ਰੋਧ ਤੋਂ ਗੁੱਸਾ ਪੈਦਾ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਨੇ ਕਿਹਾ ਇਹਨੂੰ ਮਾਰ। ਮਰੇਗਾ ਕਿੱਦਾਂ, ਫਿਰ ਚੇਤੇ ਰੱਖਿਆ, ਜੋ ਉਸੇ ਤਰੀਕੇ ਨਾਲ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ। ਸੰਗਤ ਕਰਦੇ ਆ, ਪ੍ਰਭੂ ਦਾ ਸਿਮਰਨ ਕਰਦੇ ਆ, ਇਹ ਮਰ ਜਾਏਗਾ ਆਪਣੇ ਤਰੀਕੇ ਨਾਲ ਨਹੀਂ। ਤੁਸੀਂ ਦੁਨੀਆ 'ਚ ਕਿੰਨੇ ਬੰਦੇ ਵੇਖੋਗੇ, ਉਹ ਆਪਣੇ ਮਨ 'ਚ ਦਾਅਵਾ ਕਰਦੇ ਆ ਜਾਂ ਪਰਨ ਕਰ ਲੈਂਦੇ ਵੀ ਆਪਾਂ ਕੱਲ੍ਹ ਤੋਂ ਕਿਸੇ 'ਤੇ ਗੁੱਸਾ ਕਰਨਾ ਹੀ ਨਹੀਂ, ਅਤੇ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ, ਗੁੱਸਾ ਫਿਰ ਆਉਂਦਾ। ਆਪਾਂ ਕ੍ਰੋਧ ਕਰਨਾ ਹੀ ਨਹੀਂ, ਕ੍ਰੋਧ ਫਿਰ ਵੀ ਆਉਂਦਾ ਹੈ। ਆਪਾਂ ਲੋਭ ਕਰਨਾ ਹੀ ਨਹੀਂ, ਲੋਭ ਫਿਰ ਵੀ ਆਉਂਦਾ ਹੈ। ਕਿਉਂ? ਕਿਉਂਕਿ ਬਾਹਰੋਂ ਆਉਣ ਵਾਲੀ ਖੇਡ ਨਹੀਂ, ਇਹ ਅੰਦਰੋਂ ਪ੍ਰਗਟ ਹੁੰਦੇ ਨੇ। ਜਿੰਨਾ ਚਿਰ ਕੋਈ ਬੰਦਗੀ ਨਹੀਂ ਕਰਦਾ, ਇਬਾਦਤ ਨਹੀਂ ਕਰਦਾ, ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਖਤਮ ਕਰਨਾ ਸਾਧ ਸੰਗਤ ਜੀ ਅਸੰਭਵ ਹੈ, ਮੁਮਕਿਨ ਨਹੀਂ, ਸੰਭਵ ਨਹੀਂ। ਇਸ ਲਈ ਕਾਮ ਕ੍ਰੋਧ ਨਾ ਮੋਹੀ ਹੈ। ਤੇ ਸਭ ਤੋਂ ਵੱਡੀ ਗੱਲ ਬਿਨਸੈ ਲੋਭ ਸੁਆਨ। ਸੁਆਨ ਕਹਿੰਦੇ ਕੁੱਤੇ ਨੂੰ। ਲੋਭ ਰੂਪੀ ਕੁੱਤਾ ਜਿਹੜਾ ਉਹ ਚਲਾ ਜਾਂਦਾ, ਖਤਮ ਹੋ ਜਾਂਦਾ ਹੈ। ਅਤੇ ਜਿੰਨੀ ਦੇਰ ਲੋਭ ਨਹੀਂ ਜਾਂਦਾ ਨਾ, ਉਨੀ ਦੇਰ ਬੰਦਾ ਕਦੇ ਟਿਕਦਾ ਨਹੀਂ, ਸੁਆਨ ਵਾਂਗੂ ਦੌੜਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਨੇ ਨਾ, ਅੰਮ੍ਰਿਤ ਬਚਨ ਨੇ, ਜੋ ਕੂਕਰ ਹਰਕਾਇਆ ਧਾਵੈ ਦਿਧ ਸਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਤੁਸੀਂ ਵੇਖੋਗੇ ਅਕਸਰ ਜ਼ਿੰਦਗੀ ਵਿੱਚ ਤਜਰਬਾ ਕਰ ਲਿਓ, ਕੁੱਤਾ ਦੋ ਸਮੇਂ ਟਿਕਦਾ, ਜਾਂ ਤਾਂ ਸੁੱਤਾ ਹੋਇਆ ਟਿਕਦਾ ਜਾਂ ਬਿਮਾਰ ਟਿਕਦਾ ਹੈ। ਜਿਹੜੇ ਮਨ ਵਿੱਚ ਲੋਭ ਰੂਪੀ ਰੱਤ ਹੋਵੇਗੀ ਨਾ, ਉਹ ਕਦੇ ਵੀ ਜਾਗਦਿਆਂ ਹੋਇਆਂ ਪ੍ਰਭੂ ਸਿਮਰਨ ਨਹੀਂ ਕਰੇਗਾ। ਉਹ ਸਾਧ ਸੰਗਤ ਪਦਾਰਥ ਦੇ ਲੋਭ ਵਿੱਚ ਦੌੜਦਾ ਰਹੇਗਾ। ਸਰੀਰ ਟਿਕਿਆ ਵੀ ਹੋਏਗਾ, ਮਨ ਦੌੜੀ ਜਾਏਗਾ। ਇਹ ਲੋਭ ਵਿੱਚ ਇੰਨਾ ਗ੍ਰਸਤ ਹੋ ਜਾਂਦਾ, ਜਿਵੇਂ ਹਲਕਾਇਆ ਹਲਕਿਆ ਹੋਇਆ ਕੁੱਤਾ ਹੁੰਦਾ ਨਾ, ਮਨ ਲੋਭੀ ਇੱਦਾਂ ਦਾ ਹੋ ਜਾਂਦਾ। ਲੋਭੀ ਮਨ ਦੀ ਹਾਲਤ ਇਹ ਹੁੰਦੀ ਹੈ, ਜੋ ਕੂਕਰ ਹਰਕਾਇਆ ਧਾਵੈ ਦਿਧ ਸਜਾਏ। ਇਹ ਵੀ ਦਸਾਂ ਦਿਸ਼ਾਵਾਂ ਵੱਲ ਧਾਵੇ ਦਾ ਅਰਥ ਭੱਜ ਕੇ ਜਾਂਦਾ। ਲੋਭੀ ਜੰਤ ਨਾ ਜਾਣਈ, ਇੱਦਾਂ ਲੋਭੀ ਜੰਤ ਕਰਦਾ ਭੱਖ ਅਭੱਖ। ਅਭੱਖ ਕਹੀਏ ਨਾ ਖਾਣ ਵਾਲਾ, ਭੱਖ ਕਹੀਏ ਖਾਣ ਵਾਲਾ। ਇਵੇਂ ਦਾ ਹੀ ਨਹੀਂ, ਖਾਣ ਵਾਲਾ ਕੀ ਹੈ, ਨਾ ਖਾਣ ਵਾਲਾ ਕੀ ਹੈ, ਜੋ ਮਿਲਦਾ ਦੱਬੀ ਆਉਂਦਾ, ਖਾਈ ਜਾਂਦਾ। ਭਾਵ ਇਹ ਸਮਝਦਾ ਹੀ ਨਹੀਂ ਇਹ ਮੇਰਾ ਹੈ, ਇਹ ਪਰਾਇਆ ਹੱਕ ਹੈ। ਇਹ ਪਰਿਵਾਰ ਦਾ, ਇਹ ਸੰਸਾਰ ਦਾ ਨਹੀਂ ਸੋਚਦਾ, ਕੇਵਲ ਆਪਣਾ ਸੋਚਦਾ। ਇਹ ਲੋਭੀ ਜੰਤ ਦੇ ਹਾਲਾਤ ਨੇ। ਸੱਚੇ ਪਾਤਸ਼ਾਹ ਕਹਿੰਦੇ, ਜੇ ਕਦੀ ਇਹ ਇਸ਼ਨਾਨ ਕਰ ਲੈ ਨਾ, ਬੰਦਗੀ ਵਾਲਾ, ਪਰਮਾਤਮਾ ਦੇ ਸਿਮਰਨ ਵਾਲਾ, ਮਾਘ ਮੱਜਣ ਸੰਗ ਸੋਤ ਸਾਧੂਆਂ, ਧੂੜੀ ਕਰ ਇਸ਼ਨਾਨੇ ਬਿਨ ਸਜਾਏਗਾ। ਕਿ ਕਾਮ ਕ੍ਰੋਧ ਨਾ ਮੋਹੀ ਹੈ,
ਬਿਨਸੈ ਲੋਭ ਸੁਆਨ, ਚਲਾ ਜਾਏਗਾ ਇਹ ਲੋਭ ਰੂਪੀ ਕੁੱਤਾ, ਟਿਕ ਜਾਏਗਾ। ਤੇ ਜਦੋਂ ਟਿਕ ਗਿਆ ਫਿਰ ਇਹ ਨਿੱਜ ਘਰ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਤੇ ਜਦੋਂ ਇਸ ਮਾਰਗ ਤੇ ਚੱਲ ਪਿਆ ਮਨ, ਸੱਚੇ ਪਾਤਸ਼ਾਹ ਫਿਰ ਮਿਲੇਗਾ ਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਮਿਹਰਾਮਤ ਕਰਦੇ ਨੇ, ਕਹਿੰਦੇ ਮਿਲੇਗਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪ੍ਰਭੂ ਦੇ ਮਾਰਗ ਤੇ ਚੱਲਦਿਆਂ ਫਿਰ ਦੁਨੀਆ ਉਸਤਤ ਕਰਦੀ ਹੈ। ਜਿਹੜੇ ਫਿਰਕਾ ਪ੍ਰਸਤੀ ਬੋਲ ਹੁੰਦੇ ਨੇ ਨਾ, ਕਈ ਵਾਰੀ ਗੁਸਤਾਖੀ ਮਾਫ, ਉਹ ਕੇਵਲ ਆਪਣਿਆਂ ਲਈ ਹੁੰਦੇ ਨੇ। ਜਿਹੜਾ ਕੇਵਲ ਆਪਿਆਂ ਨੂੰ ਚੰਗਾ ਲੱਗਦਾ ਹੈ ਉਹ ਇੱਕ ਵੱਖਰੀ ਖੇਡ ਹੈ। ਜਿਹੜਾ ਸੰਸਾਰ ਨੂੰ ਚੰਗਾ ਲੱਗਦਾ, ਜਹਾਨ ਨੂੰ ਚੰਗਾ ਲੱਗਦਾ, ਜਹਾਨ ਨੂੰ ਹਮੇਸ਼ਾ ਉਹ ਚੰਗਾ ਲੱਗਦਾ ਹੈ ਸਾਧ ਸੰਗਤ ਜੀ ਜਿਹੜਾ ਪ੍ਰਭੂ ਨਾਲ ਜੁੜਿਆ। ਕਿਉਂਕਿ ਪ੍ਰਭੂ ਕਿਸੇ ਇੱਕ ਦਾ ਨਹੀਂ, ਪਰਮਾਤਮਾ ਕਿਸੇ ਇੱਕ ਦਾ ਨਹੀਂ। ਇਸ ਲਈ ਚੇਤੇ ਰੱਖਣਾ, ਗੁਰਮੁਖ ਧਰਮੀ ਬੰਦਾ, ਸੰਤ ਸਾਧੂ ਕਿਸੇ ਇੱਕ ਦਾ ਨਹੀਂ, ਉਹ ਸੰਸਾਰ ਦਾ ਹੁੰਦਾ। ਤੁਹਾਡੇ ਸਾਹਮਣੇ ਉਸ ਪਾਸੇ ਜਾਈਏ, ਟਾਈਮ ਚਾਹੀਦਾ। ਮਹਾਨ ਆਤਮਾ, ਮਹਾਨ ਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬਵਾਲ, ਉਹਨਾਂ ਨੂੰ ਸਾਧ ਸੰਗਤ ਜੀ ਜਦੋਂ ਤੁਸੀਂ ਪੜ੍ਹਿਆ ਹੀ ਹੈ ਕਿ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਾ ਸੀ ਤੇ ਵਿਚਾਰ ਕਰਕੇ ਜਿਹੜਾ ਸਰਬ ਪ੍ਰਵਾਨਿਤ ਕੋਈ ਗੁਰਮੁਖ ਹੈ, ਸਾਧੂ ਹੈ, ਉਹਦੀ ਚੋਣ ਕਰਨੀ ਸੀ। ਅੱਜ ਸਾਡੇ ਬੰਦੇ ਕਹਿੰਦੇ ਇੱਦਾਂ ਜੀ ਇੱਦਾਂ, ਉਦੋਂ ਵੀ ਆਪਾਂ ਕਦੇ ਵਿਸ਼ੇ ਵਿੱਚ ਲਾਂਗੇ। ਪਰ ਜਦੋਂ ਚੋਣ ਕੀਤੀ ਗਈ ਵੀ ਕੀ ਤੋਂ ਨੀਂਹ ਪੱਥਰ ਰਖਾਇਆ ਜਾਏ, ਤੇ ਨੀਂਹ ਪੱਥਰ ਰੱਖਣ ਲਈ ਉਹਨਾਂ ਨੇ ਥੋੜ੍ਹੀ ਕਿਹਾ ਸੀ ਸਾਥੋਂ ਰਖਾਓ। ਤੇ ਕਮਾਲ ਦੀ ਗੱਲ ਹੈ, ਜਿਹੜੇ ਮੀਟਿੰਗ ਕਰ ਰਹੇ ਸਨ ਉਹਨਾਂ ਵਿੱਚ ਵੀ ਕੋਈ ਗੁਰਮੁਖ ਥੋੜ੍ਹੀ ਸੀ ਜਿਹੜਾ ਇਹ ਕਹਿੰਦਾ ਵੀ ਨਹੀਂ ਆਪਾਂ ਸੰਤਾਂ ਨੂੰ ਸਦੀਏ। ਜਦੋਂ ਉਹਨਾਂ ਚੋਣ ਕੀਤੀ ਕਹਿਣ ਲੱਗੇ ਜੇ ਅੱਜ ਦੇ ਸਮੇਂ 'ਚ ਕੋਈ ਸਾਰੇ ਧਰਮਾਂ 'ਚ ਸਰਬ ਸਾਂਝਾ, ਹਾਲਾਂਕਿ ਉਹ ਸਨਾਤਨੀ ਵੀਰ ਕੋਈ ਆਪਣੇ ਨੂੰ ਸੱਦ ਲੈਂਦੇ, ਉਹਨਾਂ ਕਹਿੰਦੇ ਜੇ ਕੋਈ ਸਰਬ ਸਾਂਝਾ, ਜਿਹੜਾ ਸਰਬ ਪ੍ਰਵਾਨਤਾ, ਜਿਹੜਾ ਸਭ ਦਾ ਭਲਾ ਸੋਚਦਾ, ਉਹ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਨੇ। ਦੂਜੀ ਗੱਲ, ਉਹ ਵਿੱਦਿਆ ਨੂੰ ਬੜੀ ਪਹਿਲ ਦਿੰਦੇ ਸਨ। ਉਹਨਾਂ ਦਾ ਸੁਆਸ ਅਸੀਂ ਬੜੀ ਵਿੱਦਿਆ ਦੇ ਪਸਾਰੇ ਲਈ ਮਹਾਂਪੁਰਸ਼ਾਂ ਨੇ ਯਤਨ ਕੀਤਾ। ਉੱਥੇ ਅਜੋਕੇ ਉਸ ਸਮੇਂ ਵਿੱਚ ਜਦੋਂ ਸੰਚਾਰ ਦੇ ਵੀ ਬਹੁਤੇ ਸਾਧਨ ਨਹੀਂ ਸੀ, ਕੋਈ ਮੀਡੀਆ ਬਹੁਤਾ ਨਹੀਂ ਸੀ, ਪਿੰਡ ਪਿੰਡ ਜਾ ਕੇ ਕੀਰਤਨ ਦੀਵਾਨ ਕਰਕੇ ਜਿੰਨੇ ਲੋਕਾਂ ਨੂੰ ਅੰਮ੍ਰਿਤ ਨਾਲ ਜੋੜਿਆ, ਲੱਖਾਂ ਪ੍ਰਾਣੀਆਂ ਨੂੰ ਜੋੜਿਆ। ਤੇ ਸਾਧ ਸੰਗਤ ਅੱਜ ਵੀ ਉਹਨਾਂ ਦੀ ਸ਼ੋਭਾ ਹੈ, ਅੱਜ ਵੀ ਉਹਨਾਂ ਦੀ ਵਡਿਆਈ ਹੈ। ਕਿੰਨੇ ਮਹਾਂਪੁਰਸ਼ਾਂ ਦਾ ਨਾਂ ਲੈ ਸਕਦੇ ਹਾਂ ਵਿੱਦਿਆ ਦੇ ਪੱਖ ਤੋਂ। ਫਿਰ ਗੁਰਬਾਣੀ ਦੇ ਪੱਖ ਦੀ ਗੱਲ ਕਰੀਏ ਤੇ ਕੋਈ ਅਤ ਕਥਨੀ ਨਹੀਂ। ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਨੇ ਕਈ ਵਾਰ ਬੇਨਤੀ ਕਰਨਾ ਵੀ ਨਿੰਦਿਆ ਕਰਨੀ ਬੜੀ ਸੌਖੀ ਹੈ। ਕਦੇ ਗੰਗਾ ਨਗਰ ਜਾ ਕੇ ਖਾਲਸਾ ਕਾਲਜ ਤੇ ਉਸ ਇਲਾਕੇ ਦੇ ਸਰਦਾਰਾਂ ਨੂੰ, ਉਸ ਇਲਾਕੇ ਨੂੰ ਪੁੱਛਿਓ ਕਿੱਦਾਂ ਟੈਚੀ ਜਾਂ ਟਰੰਕ ਸਿਰ ਤੇ ਚੁੱਕ ਕੇ ਪੋਥੀ ਸਾਹਿਬਾਂ ਵਾਲੇ ਗੁਰਸਿੱਖਾਂ ਨੂੰ ਨਾਲ ਲੈ ਕੇ ਤੁਰ ਕੇ ਉਹਨਾਂ ਸਮਿਆਂ 'ਚ ਪ੍ਰਚਾਰ ਕੀਤਾ। ਅੱਜ ਮਹਿੰਗੀਆਂ ਗੱਡੀਆਂ 'ਚ ਬਹਿ ਕੇ ਵੀ ਲੋਕ ਪੰਥ ਦੀਆਂ ਜੜ੍ਹਾਂ ਵੱਢਦੇ ਨੇ। ਪੰਥ ਦਾ ਖਾ ਕੇ ਪੰਥ ਦਾ ਨੁਕਸਾਨ ਕਰਨਾ ਅਜੋਕੇ ਸਾਡੇ ਲੋਕਾਂ ਦੀ ਫਿਤਰਤ ਹੈ। ਇਸੇ ਕਰਕੇ ਨਹੀਂ ਚੰਗੇ ਲੱਗ ਰਹੇ ਤੇ ਫਿਰ ਕਾਰਨ ਇੱਕੋ ਬਣਾ ਲੈਣੇ, ਨਹੀਂ ਜੀ ਸੱਚ ਦੇ ਮਾਰਗ ਤੇ ਥੋੜ੍ਹੇ ਹੁੰਦੇ, ਨਹੀਂ ਭਲਿਆ ਐਸਾ ਵੀ ਪੱਖ ਨਹੀਂ ਹੈ, ਉਹ ਵਿਸ਼ਾ ਵੱਖਰਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੇ ਕਦੇ ਜ਼ਿੰਦਗੀ ਵਿੱਚ ਪਕੜ ਨਹੀਂ ਲਿਆਂਦੀ, ਤਿਆਗ ਲਿਆਂਦਾ, ਪਦਾਰਥ ਨਾਲ ਪਕੜ ਨਹੀਂ ਕੀਤੀ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ, ਫਿਰ ਸਾਧ ਸੰਗਤ ਜੀ ਬੇਅੰਤ ਲੋਕਾਂ ਨੂੰ ਸੰਤ ਬਾਬਾ ਈਸਰ ਸਿੰਘ ਜੀ ਰਾੜੇ ਵਾਲੇ ਅਜੋਕੇ ਸਮੇਂ ਅੰਦਰ, ਫਿਰ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਭਾਈ ਰਣਧੀਰ ਸਿੰਘ ਜੀ, ਸਾਧ ਸੰਗਤ ਕਿੰਨਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਕੁਝ ਕੁ ਦੇ ਨਾਮ ਮੈਂ ਲੈ ਸਕਿਆ, ਕੋਈ ਗਿਣਤੀ ਥੋੜ੍ਹੀ। ਸਿੱਖੀ ਦੇ ਬਾਗ ਵਿੱਚ ਇੰਨੇ ਤਰ੍ਹਾਂ ਦੇ ਫੁੱਲ ਨੇ, ਗਿਣਤੀ ਕਰਕੇ ਦੱਸਣਾ ਔਖਾ ਹੈ। ਇਹ ਗੱਲ ਮੁਕਾਓ ਜਿਹੜਾ ਸਰਬ ਸਾਂਝਾ ਹੋ ਜਾਏ। ਇੱਥੇ ਮੈਂ ਇੱਕ ਛੋਟੀ ਜਿਹੀ ਗਾਥਾ 1 ਮਿੰਟ ਵਿੱਚ ਕਹਿ ਦਿਆਂ। ਸੰਤ ਗਿਆਨੀ ਵਾਹਿਗੁਰੂ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਜੀਵਨ ਦੀ ਘਟਨਾ ਹੈ। ਉਹਨਾਂ ਆਪਣੇ ਮੁਖ ਤੋਂ ਵੀ ਸੁਣਾਈ ਹੋਈ, ਜਿਨ੍ਹਾਂ ਨੇ ਕਥਾ ਸੁਣੀ ਹੈ ਕਦੇ ਸੁਣ ਕੇ ਵੇਖਿਓ। ਅਤੇ ਮੈਨੂੰ ਇੱਕ ਸੱਜਣ ਨੂੰ ਮੈਂ ਪ੍ਰੇਰਿਆ ਸੀ ਵੀ ਸੁਣੀ ਤੂੰ ਜ਼ਰੂਰ। ਬੜੀ ਭੜਕਣਾ 'ਚ ਰਹਿੰਦਾ ਸੀ, ਨਹੀਂ ਇੱਦਾਂ ਜੀ ਇੱਦਾਂ। ਉਹਨੇ ਸੁਣਨ ਤੋਂ ਬਾਅਦ 1 ਮਹੀਨੇ ਬਾਅਦ ਹੀ ਮੈਨੂੰ ਇਹ ਸ਼ਬਦ ਕਹੇ ਸੀ ਫੋਨ 'ਤੇ, ਸੱਚਾਈ ਹੈ ਗੁਰੂ ਦੀ ਚਰਨਾਂ 'ਚ। ਉਹ ਕਹਿੰਦਾ ਹੁਣ ਮੈਨੂੰ ਸਮਝ ਆਈ ਹੈ ਵੀ ਸੰਤ ਸਿੰਘ ਮਸਕੀਨ ਜੀਆਂ ਨੂੰ ਸੁਣ ਕੇ, ਵੀ ਜਿਨ੍ਹਾਂ ਨੂੰ ਸੁਣ ਕੇ ਹੁਣ ਇੰਨਾ ਰਸ ਆਉਂਦਾ ਆਪਣੇ ਆਪ ਨੂੰ, ਉਹਨਾਂ ਦੀ ਆਪਣੀ ਜ਼ਿੰਦਗੀ 'ਚ ਕਿੰਨਾ ਰਸ ਹੋਏ। ਹੁਣ ਜਿਹਦੇ ਕੋਲ ਆਪਣੇ ਕੋਲ ਸਹਿਜ ਨਹੀਂ, ਰਸ ਨਹੀਂ, ਦੂਜੇ ਨੂੰ ਕੀ ਵੰਡੇ। ਅਤੇ ਉਹਨਾਂ ਨੇ ਗੱਲ ਕਹੀ ਸੀ, ਬੇਨਤੀ ਕਰ ਰਹੇ ਸੱਚੇ ਮਾਰਗ ਚੱਲਦੇ ਉਸਤਤ ਕਰੇ ਜਹਾਨ। ਕਹਿਣ ਲੱਗੇ ਮੈਨੂੰ ਇੱਕ ਥਾਂ 'ਤੇ ਕਹਿਣ ਲੱਗੇ ਵੀ ਤੁਹਾਨੂੰ ਸੰਤ ਦੀ ਉਪਾਧੀ ਦੇਣੀ ਹੈ, ਅਤੇ ਸੰਤ ਰਾਸ਼ਟਰੀ ਸੰਤ ਦਾ ਅਵਾਰਡ ਦੇਣਾ ਤੁਹਾਨੂੰ।
ਤੇ ਜੇ ਅੱਜ ਵਾਲੇ ਹੁੰਦੇ ਕੋਈ ਐਸਾ ਮੇਰੇ ਵਰਗਾ ਲੋਕ ਲੱਭਦੇ ਨਹੀਂ ਕੋਈ ਸਨਮਾਨਿਤ ਕਰੇ। ਐਸੇ ਵੀ ਲੋਕ ਨੇ ਕੋਲੋਂ ਆਪਣੇ ਮੈਡਲ ਦੇ ਕੇ ਕਹੀ ਜਾਂਦੇ ਸਾਨੂੰ 골ਡ ਮੈਡਲ ਬਣਾ ਦਿਓ। ਵੇਖੋ ਧਾਰਮਿਕ ਲੋਕਾਂ ਦੀ ਸਥਿਤੀ ਸਾਡੀ ਗੁਸਤਾਖੀ ਮਾਫ ਨਹੀਂ। ਜਿਹੜਾ ਰੱਬ ਦੇ ਨਾਮ ਨਾਲ ਜੁੜ ਜਾਏ ਉਹਨੂੰ ਸੋਭਾ ਦੀ ਲੋੜ ਥੋੜ੍ਹੀ ਹੈ। ਪ੍ਰਭੂ ਐਡਾ ਉੱਚਾ ਹੈ, ਉਹ ਨਾਮ ਜਪਣ ਵਾਲਾ ਇੰਨਾ ਉੱਚਾ ਹੋ ਜਾਂਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਉਹ ਤੇ ਵਡਿਆਈ ਚਾਹੁੰਦਾ ਵੀ ਨਹੀਂ। ਪ੍ਰਭੂ ਦੀ ਵਡਿਆਈ ਕਰਨ ਵਾਲਾ ਆਪਣੀ ਵਡਿਆਈ ਨਹੀਂ ਚਾਹੁੰਦਾ, ਪਰ ਆਪਣੇ ਆਪ ਹੁੰਦੀ, ਕਿਉਂਕਿ ਪ੍ਰਭੂ ਨੂੰ ਵੀ ਭਾਉਂਦੀ ਹੈ ਨਾ। ਬਾਣੀ 'ਚ ਆਪਾਂ ਪੜ੍ਹਨੇ ਆ, ਉਹ ਮਾਲਕ ਨੂੰ ਆਪਣੇ ਪਿਆਰੇ ਦੀ ਵਡਿਆਈ ਭਾਉਂਦੀ। ਖੈਰ ਉਹ ਕਹਿੰਦੇ ਮੈਂ ਮਨਾ ਕਰਤਾ ਵੀ ਮੈਂ ਇਹ ਨਹੀਂ ਲੈਣਾ। ਕਹਿਣ ਲੱਗੇ ਕਿਉਂ? ਉਹ ਕਹਿਣ ਲੱਗੇ ਮੈਂ ਰਾਸ਼ਟਰੀ, ਪਹਿਲੀ ਗੱਲ ਤੇ ਮੈਂ ਸੰਤ ਨਹੀਂ, ਤੇ ਦੂਜੀ ਗੱਲ ਮੈਂ ਰਾਸ਼ਟਰੀ ਸੰਤ ਤੇ ਬਿਲਕੁਲ ਨਹੀਂ, ਕਿਉਂਕਿ ਸੰਤ ਇੱਕ ਰਾਸ਼ਟਰ ਦਾ ਨਹੀਂ ਹੁੰਦਾ। ਇਹ ਗੱਲ ਯਾਦ ਰੱਖਿਓ, ਸੂਰਜ ਇੱਕ ਦੇਸ਼ ਦਾ ਨਹੀਂ, ਸਾਰੀ ਦੁਨੀਆ ਦਾ। ਸਮੁੰਦਰ, ਪਾਣੀ, ਧਰਤੀ ਇੱਕ ਬੰਦੇ ਦੀ ਨਹੀਂ, ਸਾਰੀ ਦੁਨੀਆ ਦੀ ਹੈ। ਗੱਲ ਮੁਕਾਓ ਸਾਧ ਸੰਗਤ ਜੀ, ਹਵਾ ਇੱਕ ਦੇਸ਼ ਦੀ ਨਹੀਂ, ਸਭ ਦੀ ਹੈ। ਵੱਖਰੀ ਗੱਲ ਕੋਈ ਗੰਦੀ ਕਰ ਲੈ, ਕੋਈ ਸਾਫ਼ ਰੱਖ ਲੈ। ਉਹ ਕਹਿਣ ਲੱਗੇ ਮੈਂ ਦੁਨੀਆ ਅੰਦਰ ਇੱਕ ਧਾਰਮਿਕ ਪੁਰਸ਼ ਹਾਂ ਅਤੇ ਸਰਬ ਸਾਂਝਾ, ਸਭ ਨਾਲ ਪ੍ਰਭੂ ਨੂੰ, ਸਭ ਨੂੰ ਪ੍ਰਭੂ ਨਾਲ ਜੋੜਨ ਦਾ ਯਤਨ ਕਰਦਾ। ਇਸ ਲਈ ਖੈਰ ਜਿਹੜਾ ਐਸਾ ਹੋ ਜਾਏ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਹੜਾ ਅੰਦਰੋਂ ਦਇਆਵਾਨ ਹੋ ਜਾਏ, ਧੌਲ ਧਰਮ ਦਇਆ ਕਾ ਪੂਤ। ਯਾਦ ਰੱਖਿਓ ਦਇਆ ਪਹਿਲਾਂ ਧਰਮ ਫਿਰ ਹੈ। ਜਿਹਦੇ ਹਿਰਦੇ 'ਚ ਦਇਆ ਆ ਗਈ, ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨੈ। ਤੇ ਜਿਹਨਾਂ ਐਸਾ ਹੋ ਗਿਆ, ਉਹਦੀ ਜ਼ਿੰਦਗੀ ਹੈ ਜਿਹੜੀ ਉਹ 68 ਤੀਰਥਾਂ ਦੇ ਇਸ਼ਨਾਨ ਵਰਗੀ, ਤੇ ਉਹਨਾਂ ਤੀਰਥਾਂ ਦੇ ਕੀਤੇ ਪੁੰਨਾਂ ਵਰਗੀ ਹੋ ਜਾਂਦੀ। ਉਹਦਾ ਤੇ ਇੱਕ ਇੱਕ ਸਵਾਸ ਦਇਆਵਾਨ ਦਾ ਪੁੰਨ ਬੀਜਦਾ। ਉਹ ਹਰੇਕ ਗੱਲ 'ਤੇ ਦਇਆ ਕਰਦਾ, ਵਿਰੋਧੀ 'ਤੇ ਵੀ ਕਰਦਾ। ਆਪ ਜਾਣਦੇ ਹੋ, ਰੱਬੀ ਬਾਣੀ 'ਚ ਵੀ ਬਚਨ ਪੜ੍ਹਦੇ ਹੋ ਕਿ ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ। ਐਸਾ ਹੀ ਜੀਵਨ ਗੁਰਮੁਖਾਂ ਦਾ ਹੁੰਦਾ ਹੈ। ਕੋਈ ਵਿਰੋਧ ਵੀ ਕਰਦਾ, ਉਹ ਵਿਰੋਧੀ ਦਾ ਵੀ ਵਿਰੋਧ ਨਹੀਂ ਕਰਦੇ। ਸਾਹਿਬ ਕਹਿੰਦੇ ਉਹਨਾਂ ਦਾ ਜੀਵਨ ਇਸ਼ਨਾਨਮਈ ਹੋ ਜਾਂਦਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਦੂਏ ਅਰਥ ਨੇ ਜੀਆਂ ਤੇ ਭਾਵ ਸਭ ਤੇ ਦਇਆ ਕਰਨੀ। ਇਹ 68 ਤੀਰਥ 60 ਪਲੱਸ 8 68 ਤੀਰਥਾਂ ਤੇ ਪੁੰਨ ਤੇ ਇਸ਼ਨਾਨ ਕਰਨ ਵਾਲੀ ਦਾਤ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਸ ਨੂੰ ਪ੍ਰਭੂ ਦਇਆ ਕਰਕੇ ਦਾਤ ਦੇ ਦੇਵੇ, ਉਹ ਪੁਰਖ ਹੀ ਸੁਜਾਨ ਹੈ, ਸਿਆਣਾ ਹੈ, ਸੁਜਾਖਾ ਹੈ। ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਨ ਕੁਰਬਾਨ। ਇਸ ਤਰੀਕੇ ਨਾਲ ਸਾਹਿਬ ਕਹਿੰਦੇ ਜਿਹਨੂੰ ਆਪਣਾ ਪ੍ਰਭੂ ਮਿਲ ਗਿਆ, ਜਿਹਦੀ ਆਪਣੇ ਮਾਲਕ ਨਾਲ ਮਿਲਾਪ ਹੋ ਗਿਆ, ਜਿਹਦਾ ਮੈਂ ਉਹਨਾਂ ਤੋਂ ਕੁਰਬਾਨ, ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਅੱਗੇ ਸਾਹਿਬ ਕਿਰਪਾ ਕਰਦੇ ਨੇ, ਮਾਘ ਸੁੱਚੇ ਸੇ ਕਾਢਿਆ ਜਨ ਪੂਰਾ ਗੁਰ ਮਿਹਰਬਾਨ। ਬੜੇ ਧਿਆਨ ਨਾਲ ਅਖੀਰਲੀ ਪੰਕਤੀ ਸਮਝਿਓ ਜੀ। ਇਸ਼ਨਾਨ ਕੁਝ ਲੋਕ ਇਸ ਕਰਕੇ ਵੀ ਤੀਰਥਾਂ 'ਤੇ ਕਰਦੇ ਸਨ, ਸੁੱਚੇ ਹੋ ਗਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦਾ ਤੀਰਥ ਇਸ਼ਨਾਨ ਇਤਿਹਾਸਕ ਸਥਾਨਾਂ ਦੇ ਇਸ਼ਨਾਨ ਦੀ ਵੱਖਰੀ ਬਖਸ਼ਿਸ਼ ਹੈ। ਵੱਖਰਾ ਵਿਸ਼ਾ ਸਮਝਣ ਵਾਲਾ ਵਾਰ-ਵਾਰ ਸਮਝਿਓ। ਪਰ ਤੂੰ ਮਤ ਸੋਚ, ਜੇ ਸੁੱਚਾ ਹੋਣਾ ਨਾ ਮਾਘ ਦੇ ਮਹੀਨੇ ਵਿੱਚ, ਜਿਹਦੇ 'ਤੇ ਪੂਰਾ ਗੁਰੂ ਮਿਹਰਬਾਨ ਹੋ ਜੇ ਨਾ, ਉਹ ਸੁੱਚਾ ਹੁੰਦਾ। ਅਤੇ ਗੁਰੂ ਕਿਹਨਾਂ 'ਤੇ ਮਿਹਰਬਾਨ ਹੁੰਦਾ? ਜਿਹੜੇ ਉਹਦਾ ਪ੍ਰਭੂ ਦਾ ਸਿਮਰਨ ਕਰਦੇ। ਅਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਾ, ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਜਨ ਪੂਰਾ ਗੁਰ ਮਿਹਰਬਾਨ। ਅਤੇ ਕਿਤੇ ਕਿਹਾ ਕਹੋ ਕਬੀਰ ਤੇਈ ਨਰ ਸੂਚੇ, ਸਾਚੀ ਭਰੀ ਵਿਚਾਰਾ। ਜਿਹਦੀ ਵਿਚਾਰ ਸੱਚੀ, ਉਹ ਸੁੱਚਾ ਹੋ ਗਿਆ। ਔਰ ਇਹ ਗੱਲ ਯਾਦ ਰੱਖਿਓ, ਵਿਚਾਰ ਸੁੱਚੀ ਇਹ ਨਹੀਂ ਕੇਵਲ ਕਹਿਣ ਮਾਤਰ ਵੀ ਵਿਚਾਰ ਚੰਗੀ ਕਰੋ ਜੀ, ਸੱਚੀ ਵਿਚਾਰ ਰੱਖੋ ਜੀ। ਸੱਚੀ ਵਿਚਾਰ ਅੰਦਰੋਂ ਹੁੰਦੀ ਹੈ। ਅੱਖਰਾਂ ਦੀ ਵਿਚਾਰ ਕੇਵਲ ਸੱਚੀ ਨੇ, ਜਿਹਦੇ ਅੰਦਰ ਸੱਚ ਹੋ ਗਿਆ। ਸੱਚੀ ਵਿਚਾਰ ਕੀ ਹੈ? ਗੁਰਬਾਣੀ ਸੱਚੀ ਵਿਚਾਰ ਹੈ। ਪਰਮਾਤਮਾ ਦਾ ਸਿਮਰਨ ਸੱਚੀ ਵਿਚਾਰ ਹੈ। ਜੀਵਾਂ 'ਤੇ ਮਨੁੱਖਤਾ 'ਤੇ ਦਇਆ ਕਰਨੀ, ਪਰਉਪਕਾਰ ਕਰਨੇ ਸੱਚੀ ਵਿਚਾਰ ਹੈ। ਪਰ ਕਿਹਦੇ ਅੰਦਰੋਂ ਪ੍ਰਗਟ ਹੁੰਦੀ? ਜਿਹਦੇ ਅੰਦਰ ਪ੍ਰਭੂ ਨਾਮ ਵਸ ਜਾਏ। ਕਿ ਜਿਨ੍ਹਾਂ ਦੀ ਵਿਚਾਰ ਅੰਦਰੋਂ ਸੁੱਚੀ ਹੋ ਗਈ, ਸੱਚੇ ਪਾਤਸ਼ਾਹ ਕਹਿੰਦੇ ਇਸ ਮਹੀਨੇ ਵਿੱਚ ਉਹ ਸੁੱਚੇ ਹੋ ਗਏ। ਕਿਉਂਕਿ ਜਲਮਲ ਕਾਇਆ ਮਾਂਜੀ ਹੈ ਭਾਈ, ਭੀ ਮੈਲਾ ਤਨ ਹੋਏ, ਗਿਆਨ ਮਹਾਂ ਰਸ ਨਹਾਈ ਹੈ ਭਾਈ। ਮਨ ਤਨ ਨਿਰਮਲ ਹੋਏ, ਅਵਸਥਾ ਉਹਨਾਂ ਗੁਰਮੁਖਾਂ ਦੀ ਬਣਦੀ ਹੈ। ਇਸ ਲਈ ਇਸ ਮਹੀਨੇ ਵਿੱਚ ਉਹ ਸੁੱਚਿਆਂ 'ਚ ਕੱਢੇ ਜਾਂਦੇ ਆ, ਜਿਨ੍ਹਾਂ 'ਤੇ ਪੂਰਾ ਗੁਰੂ ਮਿਹਰਬਾਨ ਹੋ ਕੇ ਬਖਸ਼ਿਸ਼ਾਂ ਕਰਦੇ ਨੇ। ਇਸ ਪ੍ਰਥਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਤਿਹਾਸਕ ਸਥਾਨਾਂ 'ਤੇ ਜਾਈਏ, ਸਰੋਵਰਾਂ ਦੇ ਇਸ਼ਨਾਨ ਵੀ ਕਰੀਏ, ਪਰ ਸਤ ਸੰਗਤ ਜ਼ਰੂਰ ਕਰੀਏ, ਸਿਮਰਨ ਜ਼ਰੂਰ ਕਰੀਏ। ਕਿਤੇ ਵੀ ਜਾਈਏ ਸੇਵਾ ਜ਼ਰੂਰ ਕਰੀਏ। ਲੋੜਵੰਦ ਲਈ ਦਸਵੰਧ ਜਿਹੜਾ ਗੁਰੂ ਕਾ
ਉਹ ਖਾਓ ਨਾ, ਲੋੜਵੰਦ 'ਤੇ ਲਾਓ। ਇਹ ਸੇਵਾ ਵੀ ਮਨੁੱਖਤਾ ਦੀ ਜ਼ਰੂਰ ਕਰੀਏ। ਕਿਉਂ? ਕਿਉਂਕਿ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ, ਫਿਰ ਹੀ ਸਾਡਾ ਜੀਵਨ ਸਫਲ, ਸੁੰਦਰ ਅਤੇ ਸੁਹਾਵਣਾ ਹੋਵੇਗਾ। ਭੁੱਲਾਂ ਦੀ ਮੁਆਫੀ ਕਰਦੇ ਹਾਂ। ਅਸੀਸਾਂ ਦੇਣੀਆਂ ਦੇਹੋ ਸੱਜਣ, ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਅਦਬ ਤੇ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।